ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰੂ ਸਿੱਖੀ ਦੀ ਲਹਿਰ ਬਾਰੇ ਵਿਚਾਰ ਸਾਂਝੇ ਕਰਾਂਗੇ। ਸਨਾਤਨ ਬੁੱਧ ਜੈਨ ਤੇ ਯੋਗ ਮਤ ਦੀਆਂ ਚੱਲੀਆਂ ਧਾਰਾਵਾਂ ਜਦ ਪਾਖੰਡ ਸ਼ਖਸੀ ਪੂਜਾ ਦੀ ਲਹਿਰ ਰਿੱਧੀਆਂ ਸਿੱਧੀਆਂ ਤੇ ਦਲਦਲ ਵਿੱਚ ਫਸ ਗਈਆਂ, ਧਰਮ ਦੀ ਰੂਪ ਰੇਖਾ ਧੁੰਦਲੀ ਹੋਈ, ਧੰਨ ਗੁਰੂ ਨਾਨਕ ਦੇਵ ਜੀ ਨੇ ਸਭ ਮਤ ਮਤਾਂਤਰਾਂ ਦੇ ਕੇਂਦਰਾਂ ਦਾ ਭਰਮਣ ਕੀਤਾ, ਕਿਉਂਕਿ ਇਹ ਧਰਮ ਦੇ ਸੋਮੇ ਸਨ ਅਤੇ ਜੇ ਸੋਮੇ ਹੀ ਗੰਦਲੇ ਹੋਣ ਤਾਂ ਮਨੁੱਖਤਾ ਨੂੰ ਨਿਰਮਲ ਜਲ ਮਿਲਣਾ ਔਖਾ ਹੈ। ਭਾਰਤ ਦੇ ਧਾਰਮਿਕ ਕੇਂਦਰਾਂ ਦੇ ਨਾਲ ਨਾਲ ਇਸਲਾਮੀ ਧਾਰਮਿਕ ਕੇਂਦਰਾਂ ਦਾ ਵੀ ਵਿਆਪਕ ਤੌਰ 'ਤੇ ਭਰਮਣ ਕੀਤਾ। ਸਮਾਂ ਪਾ ਕੇ ਗੁਰਮਤ ਦੀ ਇਹ ਧਾਰਾ ਪ੍ਰਬਲ ਰੂਪ ਵਿੱਚ ਵਗਣ ਲੱਗ ਪਈ। ਭਾਰਤ ਤੋਂ ਬਾਹਰ ਲੰਕਾ, ਬਰਮਾ, ਤਿੱਬਤ, ਭੂਟਾਨ, ਚੀਨ, ਰੂਸ, ਅਫਗਾਨਿਸਤਾਨ, ਈਰਾਨ ਤੇ ਅਰਬ ਦੇਸ਼ ਇਸ ਧਾਰਾ ਦੇ ਪ੍ਰਭਾਵ ਹੇਠ ਆਏ। ਗੁਰੂ ਨਾਨਕ ਦੇਵ ਜੀ ਸੱਚ ਦੀ ਵਿਚਾਰ ਹਿਰਦਿਆਂ ਨੂੰ ਡੁੱਬਣ ਲੱਗੀ। ਧਰਮ ਦੀ ਆਧਾਰਸ਼ਿਲਾ ਗੁਰੂ ਨਾਨਕ ਦੇਵ ਜੀ ਨੇ ਵਿਚਾਰ ਤੇ ਰੱਖੀ। ਸਿੱਖ ਮਤ ਗੁਰੂ ਨਾਨਕ ਦੇਵ ਜੀ ਦੀ ਵਿਚਾਰਕ ਰੂਪ ਰੇਖਾ ਹੈ। ਸਿੱਖੀ ਸਿੱਖਿਆ ਗੁਰੂ ਵਿਚਾਰ ਰੱਬੀ ਰਸ ਨਾਲ ਭਰੇ ਇਹਨਾਂ ਵਿਚਾਰਾਂ ਦਾ ਵਿਆਪਕ ਪ੍ਰਭਾਵ ਪਿਆ। ਸਮਾਂ ਪਾ ਕੇ ਵਗਦੀ ਧਾਰਾ ਵੀ ਗੰਦਲੀ ਹੋ ਗਈ। ਸਨਾਤਨ ਧਰਮ ਬੁੱਧ ਜੈਨ ਯੋਗ ਮਤ ਤੇ ਇਸਲਾਮਿਕ ਧਾਰਾਵਾਂ ਹੋਈਆਂ। ਧਰਮ ਦੀ ਧਾਰਾ ਵਿੱਚ ਵਰਤ, ਪੁੰਨਿਆ, ਮੱਸਿਆ, ਲਗਨ, ਸ਼ਗਨ ਦੀ ਮਨੌਤ ਤੇ ਸ਼ਖਸੀ ਤੌਰ ਤੇ ਗੁਰੂ ਜਾਂ ਪਰਮਾਤਮਾ ਕਹਿਲਾਉਣ ਤੇ ਮੂਰਤੀ ਪੂਜਾ ਦੀ ਮਲੀਨਤਾ ਗੁਰਮਤ ਧਾਰਾ ਵਿੱਚ ਵੀ ਆ ਗਈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਾਕ ਜਿਨ ਜਿਨ ਤਨਕ ਸਿੱਧ ਕੋ ਪਾਇਓ, ਤਿਨ ਤਿਨ ਆਪਣਾ ਰਾਹ ਚਲਾਇਓ ਦੀ ਵਿਖੇਪਤਾ ਪੈਦਾ ਹੋ ਗਈ। ਜਿਸ ਤਰ੍ਹਾਂ ਬਾਕੀ ਧਰਮ ਅਨੇਕਾਂ ਧੜਿਆਂ ਵਿੱਚ ਵੰਡੇ ਗਏ, ਜਿਵੇਂ ਹੀ ਗੁਰਮਤ ਅਨੇਕਾਂ ਮਤ ਮਤਾਂਤਰਾਂ ਦੇ ਧੜਿਆਂ ਤੇ ਖੜੀ ਹੋ ਗਈ, ਗੁਰੂ ਦਾ ਸਿੱਖ ਲੱਭਣ ਦੀ ਥਾਂ ਵੱਖ-ਵੱਖ ਮਤ ਮਤਾਂਤਰਾਂ ਦੇ ਸਿੱਖ ਦਿਖਾਈ ਦਿੰਦੇ ਹਨ। ਗੁਰਦੁਆਰਾ ਸੁਧਾਰ ਲਹਿਰ ਅੱਜ ਨਿਰੋਲ ਰਾਜਨੀਤੀ ਦਾ ਰੂਪ ਧਾਰਨ ਕਰ ਗਈ ਹੈ। ਕੋਈ ਧਾਰਮਿਕ ਵਿਅਕਤੀ ਜ਼ਰੂਰ ਰਾਜਨੀਤਿਕ ਹੋ ਸਕਦਾ ਹੈ, ਪਰ ਕਿਸੇ ਰਾਜਨੀਤਿਕ ਜਾਂ ਧਾਰਮਿਕ ਹੋਣਾ ਕਠਿਨ ਹੈ। ਹੁਣ ਪੁਰਜ਼ੋਰ ਪ੍ਰਚਾਰ ਦੇ ਰਾਹੀਂ ਇਹਨਾਂ ਰਾਜਨੀਤਿਕ ਲੋਕਾਂ ਨੂੰ ਕੱਢਣਾ ਹੈ। ਜਿਵੇਂ ਮਸੰਦਾਂ ਤੇ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਪਾਕ ਕਰਨਾ ਪਿਆ ਸੀ, ਤਿਵੇਂ ਹੀ ਰਾਜਨੀਤੀ ਨੂੰ ਵਿਆਪਕ ਝੂਠ ਤੋਂ ਸਾਫ਼ ਕਰਨਾ ਹੈ। ਇਸ ਸੰਬੰਧ ਵਿੱਚ ਕੁਝ ਸੁਝਾਅ ਆਪ ਇਸ ਸੁਭਾਅ ਦੇ ਤੁੱਛ ਬੁੱਧੀ ਅਨੁਸਾਰ ਬਿਆਨ ਕਰਨ ਲੱਗਾ ਹਾਂ। ਗੁਰਦੁਆਰੇ ਹੋਏ ਸੋਝੀ ਪਾਏ ਸੀ। ਗੁਰਦੁਆਰਾ ਸਿਰਫ ਈਸ਼ਵਰ ਪ੍ਰਾਪਤੀ ਦਾ ਸਾਧਨ ਹੈ। ਗੁਰਦੁਆਰੇ ਵਿੱਚ ਸਿਰਫ ਈਸ਼ਵਰੀ ਚਰਚਾ ਤੋਂ ਬਿਨਾਂ ਹੋਰ ਕੁਝ ਨਾ ਹੋਵੇ। ਕੀਰਤਨ ਕਥਾ ਦੇ ਪ੍ਰਵਾਹ ਇਸ ਢੰਗ ਨਾਲ ਚਲਾਏ ਜਾਣ ਕਿ ਜਿਸ ਨਾਲ ਆਮ ਲੋਕੀ ਈਸ਼ਵਰੀ ਪ੍ਰੇਰਨਾ ਪ੍ਰਾਪਤ ਕਰਨ, ਈਸ਼ਵਰੀ ਚਿੰਤਨ ਵਿੱਚ ਲੀਨ ਹੋਣ। ਐਸਾ ਵਾਤਾਵਰਨ ਪੈਦਾ ਕਰਨ ਲਈ ਮੌਜੂਦਾ ਢਾਂਚਾ ਸਾਰਾ ਬਦਲ ਦੇਣਾ ਚਾਹੀਦਾ ਹੈ। ਗੁਰਮਤ ਹਿਤੈਸ਼ੀ ਵਿਅਕਤੀ ਹਰ ਸ਼ਹਿਰ ਵਿੱਚੋਂ ਸੰਗਠਿਤ ਕੀਤੇ ਜਾਣ। ਇਹ ਕਾਰੋਬਾਰੀ ਧੰਦਿਆਂ, ਵਿਹਲੇ ਤੇ ਤਾਮੀਰੀ ਰੁਚੀ ਦੇ ਮਾਲਕ ਹੋਵਣ, ਤਾਂ ਜੋ ਆਪਣਾ ਸਾਰਾ ਵਕਤ ਗੁਰਮਤ ਪ੍ਰਚਾਰ ਵਿੱਚ ਖਰਚ ਕਰ ਸਕਣ। ਭਾਰਤ ਦੇ ਕਿਸੇ ਇੱਕ ਵੱਡੇ ਸ਼ਹਿਰ ਤੋਂ ਇਹ ਲਹਿਰ ਉੱਠਣੀ ਚਾਹੀਦੀ ਹੈ। ਫਿਰ ਇਸ ਵਿੱਚ ਹੋਰ ਲਹਿਰਾਂ ਸੰਮਿਲਿਤ ਹੋ ਜਾਣਗੀਆਂ। ਸ਼ੁਰੂ ਵਿੱਚ ਕਠਿਨਾਈਆਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਜੋ ਰਾਜਨੀਤਿਕ ਸਵਾਰਥ ਨਾਲ ਭਰੇ ਹੋਏ ਲੋਕ ਕਾਬਜ਼ ਹਨ, ਉਹ ਹਰ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਨਗੇ, ਕਿਉਂਕਿ ਸੱਤਾ ਤੱਕ ਪਹੁੰਚਣ ਲਈ ਗੁਰਦੁਆਰਾ ਪੌੜੀ ਦਾ ਕੰਮ ਕਰਦਾ ਹੈ। ਉਹ ਆਪਣੀ ਪੂਰੀ ਤਾਕਤ ਨਾਲ ਇਸ ਕ੍ਰਾਂਤੀ ਦੀ ਲਹਿਰ ਨੂੰ ਰੋਕਣਗੇ। ਇਹਨਾਂ ਨੇ ਧਰਮ ਤੇ ਰਾਜਨੀਤੀ ਇੱਕ ਹੈ, ਇਸ ਦੀ ਦੁਹਾਈ ਪਾਉਣੀ ਹੈ, ਜਦ ਕਿ ਧਰਮ ਨਾਲ ਇਹਨਾਂ ਦਾ ਦੂਰ ਦਾ ਵੀ ਰਿਸ਼ਤਾ ਨਹੀਂ ਹੈ। ਕੋਈ 7 ਦਹਾਕਿਆਂ ਤੋਂ ਇਹ ਲੋਕ ਗੁਰਦੁਆਰਿਆਂ ਦੇ ਰਾਹੀਂ ਨਿਰੋਲ ਰਾਜਨੀਤੀ ਚਲਾ ਰਹੇ ਹਨ। ਰਾਜਨੀਤਿਕ ਲੋਕ ਇਹਨਾਂ ਨੂੰ ਇੱਕ ਪਾਸੇ ਨਹੀਂ ਕਰ ਸਕਦੇ, ਕਿਉਂਕਿ ਕਾਬਜ਼ ਹੋ ਕੇ ਉਹ ਰਾਜਨੀਤੀ ਹੀ ਚਲਾਉਣਗੇ। ਧਾਰਮਿਕ ਸਿੱਖਿਆ ਕੇਂਦਰ ਪ੍ਰਾਚੀਨ ਆਸ਼ਰਮ ਟਕਸਾਲਾਂ ਦੀ ਤਰ੍ਹਾਂ ਗੁਰਦੁਆਰਿਆਂ ਵਿੱਚ ਹੀ ਸਿੱਖਿਆ ਕੇਂਦਰ ਖੋਲ੍ਹਣੇ ਚਾਹੀਦੇ ਹਨ, ਜਿਸ ਦੇ ਕੇਂਦਰੀ ਅਸਥਾਨ ਅੰਮ੍ਰਿਤਸਰ, ਦਿੱਲੀ, ਸੱਚਖੰਡ, ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਹੋਣੇ ਚਾਹੀਦੇ ਹਨ। ਨਾਮ ਅਭਿਆਸ, ਗੁਰਬਾਣੀ ਵਿਚਾਰ ਤੇ ਗੁਰਮਤ ਇਤਿਹਾਸ ਦੇ ਪੂਰਨ ਜਾਣਕਾਰ ਬਣਾਉਣ ਦਾ ਮਾਹੌਲ ਪੈਦਾ ਕੀਤਾ ਜਾਵੇ। ਜਦ ਵੀ ਕੋਈ ਰੂਹਾਨੀ ਰਸ ਤੇ ਗੁਰਮਤ ਇਤਿਹਾਸ ਦੀ ਸੂਝ-ਬੂਝ ਵਿੱਚ ਨਿਪੁੰਨ ਹੁੰਦਾ ਦਿਖਾਈ ਦੇਵੇ,
ਉਸ ਨੂੰ ਉਸ ਦੀ ਯੋਗਤਾ ਅਨੁਸਾਰ ਗੁਰਦੁਆਰੇ ਦਾ ਗ੍ਰੰਥੀ ਬਣਾਇਆ ਜਾਵੇ ਤੇ ਫਿਰ ਉਹੀ ਪੂਰਨ ਤੌਰ ਤੇ ਗੁਰਦੁਆਰੇ ਦਾ ਪ੍ਰਬੰਧਕੀ ਢਾਂਚਾ ਚਲਾਉਣ ਵਾਲਾ ਹੋਵੇ। ਸਾਰੇ ਗੁਰਦੁਆਰੇ ਕੇਂਦਰੀ ਨਿਜ਼ਾਮ ਦੇ ਅਧੀਨ ਹੋਣਗੇ। ਕੇਂਦਰੀ ਅਸਥਾਨ ਦਾ ਮੁਖੀ ਗ੍ਰੰਥੀ ਤੇ ਪ੍ਰਚਾਰਕਾਂ ਦੇ ਵੋਟ ਨਾਲ ਚੁਣਿਆ ਜਾਵੇ। ਇਹ ਪਦਵੀ ਬਾਬਾ ਬੁੱਢਾ ਜੀ, ਭਾਈ ਮਨੀ ਸਿੰਘ ਜੀ ਦੀ ਤੁਲਨਾਤਮਕ ਹੋਵੇ। ਹਰ 3 ਸਾਲਾਂ ਬਾਅਦ ਗ੍ਰੰਥੀ ਤੇ ਪ੍ਰਚਾਰਕਾਂ ਦੀਆਂ ਵੋਟਾਂ ਰਾਹੀਂ ਇਹ ਪਦਵੀਆਂ ਬਦਲ ਦਿੱਤੀਆਂ ਜਾਣ। ਕੇਂਦਰੀ ਅਸਥਾਨ ਦੇ ਮੁਖੀ ਸਿਰਫ ਇੱਕ ਵਾਰੀ ਹੀ ਮੁਖੀ ਰਹਿ ਸਕਣ ਤਾਂ ਕਿ ਅਹੰਕਾਰ ਤੇ ਮੋਹ ਨੂੰ ਪੈਦਾ ਹੋਣ ਦਾ ਮੌਕਾ ਨਾ ਮਿਲੇ। ਇਸ ਤਰੀਕੇ ਨਾਲ ਇਹਨਾਂ ਮੁਖੀਆਂ ਦੀ ਧਾਰਮਿਕ ਸ਼ਖਸੀਅਤ ਉਜਾਗਰ ਹੋਵੇਗੀ ਤੇ ਇਹਨਾਂ ਦੀ ਛੋਹ ਨਾਲ ਗੁਰਮਤਿ ਮਾਰਗ ਤੇ ਚੱਲਣ ਵਾਲੇ ਪੈਦਾ ਕੀਤੇ ਜਾ ਸਕਣਗੇ। ਇਸ ਕਾਰਜ ਨੂੰ ਬਹੁਤ ਛੇਤੀ ਆਰੰਭ ਕੀਤਾ ਜਾਵੇ ਕਿਉਂਕਿ ਪ੍ਰਬੰਧਕੀ ਢਾਂਚਾ ਹੁਣ ਨਾਸੁਰ ਬਣ ਗਿਆ ਹੈ। ਅਣਮਤੀਏ ਵੀ ਇਸ ਗੰਦਲੇ ਢਾਂਚੇ ਨੂੰ ਦੇਖ ਚਿੰਤਾ ਤੁਰਨੇ। ਦੇਸ਼ ਵਿਦੇਸ਼ ਵਿੱਚ ਇਸ ਪ੍ਰਬੰਧਕੀ ਢਾਂਚੇ ਨੇ ਸਿੱਖੀ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਗੁਰੂ ਗ੍ਰੰਥ ਸਾਹਿਬ ਦਾ ਮਹਾਨ ਗਿਆਨ ਤੇ ਗੁਰਮਤਿ ਇਤਿਹਾਸ ਇਹਨਾਂ ਦੀਆਂ ਸਵਾਰਥੀ ਤੇ ਰਾਜਨੀਤਿਕ ਰੁਚੀਆਂ ਕਰਕੇ ਸੁਨਹਿਰੀ ਰੂਪ ਧਾਰਨ ਨਹੀਂ ਕਰ ਸਕਿਆ। ਇਹਨਾਂ ਦੇ ਪ੍ਰਬੰਧਕੀ ਨਿਜ਼ਾਮ ਕਰਕੇ ਗ੍ਰੰਥੀ, ਰਾਗੀਆਂ, ਪ੍ਰਚਾਰਕ ਆਪਣੀ ਅਣਖ ਗਵਾ ਸਿਰਫ ਆਰਥਿਕ ਲਾਭ ਦੀ ਦਲਦਲ ਵਿੱਚ ਫਸ ਗਏ ਹਨ। ਸਬਰ ਸੰਤੋਖ ਤਿਆਗ ਕੇ ਵਿਰਾਗ ਦੀ ਥਾਂ ਲੋਭ ਦੀ ਦੁਰਗੰਧ ਹੀ ਆਉਂਦੀ ਹੈ, ਜਿਸ ਕਰਕੇ ਧਾਰਮਿਕ ਉਸਾਰੂ ਰੁਚੀਆਂ ਪੈਦਾ ਨਹੀਂ ਹੋ ਸਕੀਆਂ। ਦਿਨ ਬ ਦਿਨ ਪ੍ਰਬੰਧਕੀ, ਰਾਗੀ ਤੇ ਪ੍ਰਚਾਰਕੀ ਢਾਂਚਾ ਨਿਵਾਣ ਦੀ ਤਰਫ ਹੀ ਜਾ ਰਿਹਾ ਹੈ। 1000 ਸਾਲ ਦੇ ਖੂਨੀ ਸੰਘਰਸ਼ ਤੋਂ ਬਾਅਦ ਈਸਾਈ ਉਸਾਰੂ ਤੇ ਪ੍ਰਬੰਧਕੀ ਢਾਂਚਾ ਬਣਾਉਣ ਵਿੱਚ ਸਫਲ ਹੋਏ ਹਨ। ਰਾਜਨੀਤਿਕ ਸ਼ਕਤੀਆਂ ਰੋਮ ਦੇ ਪੋਪ ਦੇ ਕਦਮਾਂ ਵਿੱਚ ਝੁਕਦੀਆਂ ਹਨ ਅਤੇ ਧਰਮ ਪ੍ਰਚਾਰ ਵਿੱਚ ਸਫਲ ਹੁੰਦੇ ਦਿਖਾਈ ਦੇ ਰਹੇ ਹਨ, ਜਦਕਿ ਗੁਰਦੁਆਰਿਆਂ ਦੇ ਪ੍ਰਬੰਧਕ ਤੇ ਰਾਗੀ ਪ੍ਰਚਾਰਕਾਂ ਦੇ ਬੱਚੇ ਵੀ ਗੁਰਮਤਿ ਤੋਂ ਬਾਗੀ ਹੁੰਦੇ ਦਿਖਾਈ ਦੇ ਰਹੇ ਹਨ। ਜਗਤ ਨੂੰ ਹੁਣ ਇੱਕ ਦਾ ਆਰਥਿਕ ਲਾਭ ਤੇ ਦੂਸਰੇ ਦਾ ਰਾਜਨੀਤਿਕ ਲਾਭ ਸਾਫ਼ ਦਿਖਾਈ ਦੇ ਰਿਹਾ ਹੈ। ਇਸੇ ਹੀ ਸੋਚਣੀ ਵਿੱਚ ਆਮ ਜਗਤ ਜਿਉਂਦਾ ਹੈ। ਪ੍ਰਬੰਧਕ, ਰਾਗੀ ਤੇ ਪ੍ਰਚਾਰਕ ਇਸੇ ਹੀ ਸੋਚਣੀ ਦੇ ਮਾਲਕ ਹਨ, ਜਿਸ ਕਰਕੇ ਆਮ ਜਨਤਾ ਉੱਪਰ ਇਹਨਾਂ ਦਾ ਕੋਈ ਰੂਹਾਨੀ ਪ੍ਰਭਾਵ ਨਹੀਂ ਹੈ। ਕੌਮ ਵਿੱਚ ਐਸੇ ਬਜ਼ੁਰਗ ਮੌਜੂਦ ਹਨ ਜਿਨ੍ਹਾਂ ਕੋਲ ਨਾਮ ਰਸ ਤੇ ਗੁਰਮਤਿ ਦੀ ਸੂਝ-ਬੂਝ ਹੈ। ਇਹਨਾਂ ਨੂੰ ਅੱਗੇ ਹੋ ਕੇ ਸੁਧਾਰ ਲਹਿਰ ਦਾ ਬੀੜਾ ਚੁੱਕਣਾ ਚਾਹੀਦਾ ਹੈ। ਉਸਾਰੂ ਲਹਿਰ ਦੀ ਅਗਵਾਈ ਕਰਨੀ ਚਾਹੀਦੀ ਹੈ। ਸਾਡੀ ਮਿਹਨਤ ਤਾਂ ਹੀ ਸਫਲ ਹੋ ਸਕੇਗੀ ਅਗਰ ਜਲਦੀ ਤੋਂ ਜਲਦੀ ਇਹ ਸੁਧਾਰ ਲਹਿਰ ਉੱਠ ਖੜੀ ਹੋਵੇ। ਸਿੱਖ ਕੌਮ ਇਸ ਵਕਤ ਦਿਸ਼ਾਹੀਨ ਹੈ। ਆਪ ਮੁਹਾਰੇ ਵਗਣ ਵਾਲੇ ਪਾਣੀ ਦੀਆਂ ਜਿਵੇਂ ਕਈ ਧਾਰਾਵਾਂ ਬਣ ਜਾਂਦੀਆਂ ਹਨ, ਇਵੇਂ ਇਹ ਕੌਮ ਛੋਟੇ-ਛੋਟੇ ਧਾਰਮਿਕ ਧੜਿਆਂ ਵਿੱਚ ਵੰਡਦੀ ਦਿਖਾਈ ਦੇ ਰਹੀ ਹੈ। ਧਰਮਹੀਨ ਮੁਖੀ ਢਾਂਚਾ ਧਾਰਮਿਕ ਰੁਚੀਆਂ ਉਜਾਗਰ ਨਹੀਂ ਕਰ ਸਕਦਾ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦ ਆਪਣੀ ਚੋਣ ਦੀ ਕਸਵੱਟੀ ਤੇ ਭਾਈ ਲਹਿਣੇ ਨੂੰ ਪੂਰਾ ਉਤਰਿਆ ਦੇਖਿਆ ਤਾਂ ਆਪਣੇ ਬੱਚਿਆਂ ਨੂੰ ਵੀ ਇੱਕ ਪਾਸੇ ਕਰ ਦਿੱਤਾ। ਇਵੇਂ ਹੀ ਸਾਨੂੰ ਮੁਖੀ ਬਣਾਉਣਾ ਪਵੇਗਾ। ਪੂਰਨ ਸੁਚੇਤ ਹੋ ਕੇ ਉਪਰੋਕਤ ਲਿਖੇ ਵਿਚਾਰਾਂ ਮੁਤਾਬਕ ਢਾਂਚਾ ਬਣਾਉਣਾ ਚਾਹੀਦਾ ਹੈ। ਕੇਵਲ ਰੂਹਾਨੀ ਰਸ ਤੇ ਰੂਹਾਨੀ ਸੂਝ-ਬੂਝ ਦੀ ਕਸਵੱਟੀ ਤੇ ਉਤਰੇ ਮਨੁੱਖ ਨੂੰ ਹੀ ਇਹ ਜ਼ਿੰਮੇਵਾਰੀਆਂ ਸੌਂਪੀਆਂ ਜਾਣ। ਉਸਾਰੂ ਲਹਿਰ ਪੈਦਾ ਕਰਨ ਦਾ ਢੰਗ ਮੌਜੂਦਾ ਨਿਜ਼ਾਮੀ ਢਾਂਚੇ ਦੀ ਵਿਰੋਧਤਾ ਦੀਆਂ ਰੁਚੀਆਂ ਨੂੰ ਉਜਾਗਰ ਕਰਨਾ ਪਵੇਗਾ ਤਾਂ ਕਿ ਇਹੀ ਰੁਚੀਆਂ ਕ੍ਰਾਂਤੀ ਦਾ ਕਾਰਨ ਬਣ ਸਕਣ। ਕੋਈ ਵੀ ਕ੍ਰਾਂਤੀ ਉਭਾਰੂ ਜਜ਼ਬਿਆਂ ਤੋਂ ਬਿਨਾਂ ਨਹੀਂ ਹੋ ਸਕਦੀ। ਇਹ ਵੀ ਠੀਕ ਹੈ ਕਿ ਨਿਜ਼ਾਮੀ ਢਾਂਚਾ ਗੁਰਦੁਆਰਿਆਂ ਦੀ ਸਟੇਜ ਤੋਂ ਇਹ ਨਹੀਂ ਹੋਣਾ ਦੇਣਗੇ। ਇਸ ਵਾਸਤੇ ਇਹਨਾਂ ਜਜ਼ਬਿਆਂ ਨੂੰ ਉਭਾਰਨ ਲਈ ਲਿਖਤੀ ਤੌਰ ਤੇ ਅਤੇ ਆਡੀਓ ਕੈਸਟਾਂ ਰਾਹੀਂ ਪ੍ਰਚਾਰ ਕਰਨਾ ਪਵੇਗਾ। ਇੱਕ ਦਫਾ ਇਹ ਲਹਿਰ ਉਮੜ ਪਵੇ ਤਾਂ ਫਿਰ ਕਿਨਾਰੇ ਤੱਕ ਪਹੁੰਚਣ ਦੇ ਸਾਧਨ ਜੁਟਾਏ ਜਾ ਸਕਦੇ ਹਨ। ਦੁਨੀਆ ਵਿੱਚ ਜਦੋਂ ਵੀ ਕੋਈ ਵੱਡੀਆਂ ਕ੍ਰਾਂਤੀਆਂ ਹੋਈਆਂ ਹਨ, ਉਹ ਮੂਲ ਰੂਪ ਵਿੱਚ ਛੋਟੀਆਂ ਹੀ ਲਹਿਰਾਂ ਸਨ। ਬਾਅਦ ਵਿੱਚ ਉਹਨਾਂ ਨੇ ਤੂਫਾਨੀ ਧਾਰਾਵਾਂ ਬਣ ਕੇ ਸਫਲਤਾਵਾਂ ਪ੍ਰਾਪਤ ਕੀਤੀਆਂ। ਇਹ ਵੀ ਠੀਕ ਹੈ ਕਿ ਉਸਾਰੂ ਜਜ਼ਬੇ ਨੌਜਵਾਨਾਂ ਵਿੱਚ ਹੁੰਦੇ ਹਨ, ਪਰ ਸੇਧ ਤਾਂ ਅਨੁਭਵੀ ਬਜ਼ੁਰਗਾਂ ਕੋਲੋਂ ਹੀ ਲੈਣੀ ਪਵੇਗੀ, ਕਿਉਂਕਿ ਨਿਰੇ ਜਵਾਨੀ ਦੇ ਜੋਸ਼ ਤੇ ਆਧਾਰਿਤ ਕ੍ਰਾਂਤੀਆਂ ਭਟਕ ਜਾਂਦੀਆਂ ਹਨ। ਇਸ ਵਾਸਤੇ ਉਹ ਬਜ਼ੁਰਗ ਜੋ ਰੱਬੀ ਤੜਪ ਰੱਖਦੇ ਹਨ ਤੇ ਆਪਣਾ ਜੀਵਨ ਗੁਰਮਤਿ ਪ੍ਰਚਾਰ ਲਹਿਰ ਨੂੰ ਸਮਰਪਿਤ ਕਰ ਸਕਦੇ ਹੋਣ, ਉਹਨਾਂ ਦੀ ਸੇਧ ਵਿੱਚ ਨੌਜਵਾਨ ਸੰਗਠਿਤ ਹੋ ਕੇ ਹਰ ਸ਼ਹਿਰ ਵਿੱਚ ਇਹ ਸੁਧਾਰਕ ਲਹਿਰ ਚਲਾਉਣ ਦਾ ਯਤਨ ਕਰਨ। ਮੈਨੂੰ ਪੂਰਨ ਉਮੀਦ ਹੈ ਕਿ ਸਤਿਗੁਰੂ ਕਾਮਯਾਬੀ ਬਖਸ਼ਣਗੇ। ਮੌਜੂਦਾ ਨਿਜ਼ਾਮੀ ਤੇ ਧਾਰਮਿਕ ਢਾਂਚਾ ਮੁਰਦਾ ਹੋ ਚੁੱਕਿਆ ਹੈ। ਹੁਣ
ਤਾਂ ਇਸ ਦੇ ਵਿੱਚੋਂ ਭਿਅੰਕਰ ਰਾਜਨੀਤੀ ਦੀ ਸੜਾਨ ਆਉਣ ਲੱਗ ਪਈ ਹੈ। ਪ੍ਰਭੂ ਪ੍ਰਾਪਤੀ ਦੇ ਇੱਛੁਕ ਦੂਰ ਹੁੰਦੇ ਜਾ ਰਹੇ ਹਨ, ਜਿਸ ਨਾਲ ਪਖੰਡੀ ਗੁਰੂ ਡੰਮ ਨੂੰ ਛਾਂ ਮਿਲ ਰਹੀ ਹੈ। ਬਾਕੀ ਰਹਿੰਦੇ ਵਿਚਾਰ ਅਗਲੀ ਵੀਡੀਓ ਵਿੱਚ ਸੰਗਤ ਦੇ ਨਾਲ ਸਾਂਝੇ ਕਰਾਂਗੇ ਅਤੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।